Hello students, I hope you all are well. Today we will start our next topic, that is factor affecting the value of goodwill. कि goodwill है ਜਿਹੜੀ ਉਹਦੀ value ਨੂੰ ਕਿਹੜੇ factors affect ਕਰਦੇ ਆ, ਮੀਨਸ ਕਿ ਕਿਹੜੀ ਚੀਜ਼ ਫੇਵਰ 'ਚ ਹੋਣ ਨਾਲ ਸਾਡੀ ਗੁੱਡਵਿਲ ਵਧੇਗੀ ਜਾਂ ਕਿਹੜੀ ਚੀਜ਼ ਨਾਲ ਸਾਡੀ ਗੁੱਡਵਿਲ ਘਟੇਗੀ, ਉਹ ਕਿਹੜੇ ਫੈਕਟਰਸ ਆ ਜਿਨ੍ਹਾਂ ਦੇ ਨਾਲ ਸਾਡੀ ਗੁੱਡਵਿਲ ਦੀ ਵੈਲਿਊ ਵੱਧਦੀ ਘਟਦੀ ਆ। ਉਹਦੇ ਲਈ ਫਸਟ ਸਾਡੇ ਕੋਲੇ ਸੈਕਟਰ ਹੈ ਨੇਚਰ ਆਫ ਬਿਜ਼ਨਸ, ਕਿ ਜੋ ਅਸੀਂ ਬਿਜ਼ਨਸ ਕਰਦੇ ਹਾਂ ਉਸ ਬਿਜ਼ਨਸ ਦਾ ਨੇਚਰ ਕੀ ਆ। ਨੇਚਰ ਮੀਨਸ ਆਪਾਂ ਕਿੱਦਾਂ ਦੇ ਪ੍ਰੋਡਕਟ 'ਚ ਡੀਲ ਕਰਦੇ ਹਾਂ, ਕਿਹੜਾ ਪ੍ਰੋਡਕਟ ਅਸੀਂ ਸੇਲ ਕਰ ਰਹੇ ਹਾਂ ਜਾਂ ਕਿਹੜੀ ਸਰਵਿਸ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਨੇਚਰ ਆਫ ਬਿਜ਼ਨਸ। ਹੁਣ ਜੇ ਆਪਾਂ ਡੇਲੀ ਯੂਜ਼ ਦੀਆਂ ਗੁੱਡਸ ਦੇ ਵਿੱਚ ਡੀਲ ਕਰਦੇ ਹਾਂ, ਮੀਨਸ ਜਿੱਦਾਂ ਆਪਾਂ ਕਹਿ ਦਈਏ ਆਹ ਨਮਕ ਮਿਰਚ ਹੋ ਗਈ ਜਾਂ ਸਬਜ਼ੀਆਂ ਫਰੂਟਸ ਹੋ ਗਏ ਜਾਂ ਜਿਹੜੀਆਂ ਡੇਲੀ ਰੂਟੀਨ ਦੀਆਂ ਚੀਜ਼ਾਂ ਲੋਕਾਂ ਨੂੰ ਚਾਹੀਦੀਆਂ, ਅਗਰ ਅਸੀਂ ਇਸ ਚੀਜ਼ ਦੇ ਵਿੱਚ ਡੀਲ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਇਹਨਾਂ ਦੀ ਸੇਲ ਆ ਜਿਹੜੀ ਕੌਨਸਟੈਂਟ ਹੈ, ਮਤਲਬ ਹਰ ਟਾਈਮ ਇਹਨਾਂ ਦੀ ਸੇਲ ਹੋਣੀ ਹੀ ਹੋਣੀ ਆ, ਕਦੇ ਇਹ ਨਹੀਂ ਵੀ ਇਹਨਾਂ ਦੀ ਸੇਲ ਹੋਣੋਂ ਹਟ ਜੂਗੀ। ਜਦੋਂ ਇਹਨਾਂ ਦੀ ਸੇਲ ਜ਼ਿਆਦਾ ਹੈ ਮੀਨਸ ਕਿ ਉਸ ਬਿਜ਼ਨਸ ਨੂੰ ਪ੍ਰੋਫਿਟ ਜ਼ਿਆਦਾ, ਜੇ ਪ੍ਰੋਫਿਟ ਜ਼ਿਆਦਾ ਤਾਂ ਉਸ ਬਿਜ਼ਨਸ ਦੀ ਗੁੱਡਵਿਲ ਵੀ ਕੀ ਹੋਊਗੀ, ਹਾਈ ਹੋਊਗੀ। ਅਗਰ ਤੁਹਾਡੇ ਬਿਜ਼ਨਸ ਦਾ ਨੇਚਰ ਇੱਦਾਂ ਦਾ ਕਿ ਤੁਸੀਂ ਕਿਸੇ ਫੈਸ਼ਨੇਬਲ ਪ੍ਰੋਡਕਟ ਦੇ ਵਿੱਚ ਜਾਂ ਕਿਸੇ ਇੱਦਾਂ ਦੇ ਪ੍ਰੋਡਕਟ ਦੇ ਵਿੱਚ ਡੀਲ ਕਰਦੇ ਹੋ ਜਿਹੜੇ ਪ੍ਰੋਡਕਟ ਦਾ ਟੇਸਟ ਲੋਕਾਂ ਦਾ ਚੇਂਜ ਹੁੰਦਾ ਰਹਿੰਦਾ, ਫੋਰ ਐਗਜ਼ਾਮਪਲ ਆਪਾਂ ਮੋਬਾਈਲ ਫੋਨ ਲੈ ਲਈਏ ਤਾਂ ਕਦੇ ਕਿਹੜੀ ਫੀਚਰ ਵਾਲਾ ਨਵਾਂ ਫੋਨ ਲਾਂਚ ਹੋ ਗਿਆ, ਕਦੇ ਕੋਈ ਨਵਾਂ ਫੋਨ ਲਾਂਚ ਹੋ ਗਿਆ, ਜਾਂ ਆਪਾਂ ਕੱਪੜੇ ਲੈ ਲਈਏ ਉਹਨਾਂ ਦਾ ਫੈਸ਼ਨ ਚੇਂਜ ਹੁੰਦਾ ਰਹਿੰਦਾ, ਤਾਂ ਇੱਦਾਂ ਦੀਆਂ ਜਿਹੜੀਆਂ ਫੈਸ਼ਨੇਬਲ ਪ੍ਰੋਡਕਟਸ ਦੇ ਜਿਹੜੇ ਬਿਜ਼ਨਸ ਆ ਉਹਨਾਂ ਦੀ ਸੇਲ ਹੈ ਜਿਹੜੀ ਉਹ ਟੈਂਪਰੇਰੀ ਡਿਮਾਂਡ ਦੇ ਅਕੋਰਡਿੰਗਲੀ ਹੁੰਦੀ ਹੈ, ਕਿ ਕਦੇ ਫੈਸ਼ਨ ਵਾਲੀ ਚੀਜ਼ ਦਾ ਟਰੈਂਡ ਆ ਜਾਂਦਾ, ਕਦੇ ਇੱਕਦਮ ਉਹ ਚੀਜ਼ ਆ ਜਿਹੜੀ ਚਲੀ ਜਾਂਦੀ ਆ, ਜਾਂ ਟੈਕਨੋਲੋਜੀਕਲ ਚੇਂਜਸ ਕਰਕੇ ਵੀ। ਹੁਣ ਜਿੱਦਾਂ ਪਹਿਲਾਂ ਬਲੈਕ ਐਂਡ ਵਾਈਟ ਟੀਵੀ ਸੀ, ਫਿਰ ਕਲਰ ਟੀਵੀ ਆ ਗਏ ਤਾਂ ਬਲੈਕ ਐਂਡ ਵਾਈਟ ਵਾਲਿਆਂ ਦਾ ਬਿਜ਼ਨਸ ਬੈਠ ਗਿਆ, ਫਿਰ LED ਆ ਗਈ, ਜਾਂ ਜੋ ਅੱਗੇ ਆਪਣੇ ਕੋਲੇ ਫਰਦਰ ਐਡਵਾਂਸਮੈਂਟ ਆਈ ਜਾਂਦੀ ਹੈ। ਇੱਦਾਂ ਹੀ ਫੈਸ਼ਨੇਬਲ ਪ੍ਰੋਡਕਟ ਹੈ ਉਹਦੇ 'ਚ ਜਿਹੜੀ ਸਾਡੀ ਗੁੱਡਵਿਲ ਆ ਉਹ ਘੱਟ ਹੁੰਦੀ ਆ। ਕਿਉਂਕਿ ਉਹਨਾਂ ਦੀਆਂ ਸੇਲਸ ਅਨਸਟੇਬਲ ਹੁੰਦੀਆਂ, ਕੋਈ ਪਤਾ ਨਹੀਂ ਕਦੋਂ ਟਰੈਂਡ ਚੇਂਜ ਹੋ ਜੇ, ਕਦੋਂ ਲੋਕਾਂ ਦੀ ਚੋਇਸ ਚੇਂਜ ਹੋ ਜੇ, ਉਹਦੇ ਅਕੋਰਡਿੰਗਲੀ ਫਿਰ ਸਾਡੀ ਜਿਹੜੀ ਸੇਲ ਘੱਟ ਹੁੰਦੀ ਆ, ਪ੍ਰੋਫਿਟ ਘੱਟ ਹੁੰਦੇ ਆ, ਜਿਹਦੇ ਕਰਕੇ ਗੁੱਡਵਿਲ ਦੀ ਵੈਲਿਊ ਹੈ ਜਿਹੜੀ ਲੋ ਹੁੰਦੀ ਹੈ। ਕਲੀਅਰ? ਨੇਚਰ ਦਾ ਮੀਨਸ ਆਪਾਂ ਕਿਹੋ ਜਿਹਾ ਪ੍ਰੋਡਕਟ ਵੇਚਦੇ ਹਾਂ, ਅਗਰ ਡੇਲੀ ਯੂਜ਼ ਵੇਚਦੇ ਹਾਂ ਤਾਂ ਗੁੱਡਵਿਲ ਹਾਈ ਹੈ, ਜੇ ਕੋਈ ਜਿਹੜਾ ਆਪਾਂ ਅਨਸਟੇਬਲ ਸੇਲ ਵਾਲਾ ਵੇਚਦੇ ਹਾਂ, ਟੈਂਪਰੇਰੀ ਸੇਲਸ ਵਾਲਾ ਵੇਚਦੇ ਉਹਦੇ 'ਚ ਘੱਟ ਹੈ। ਦੈਨ ਨੈਕਸਟ ਆਪਣੇ ਕੋਲੇ ਆ ਗਿਆ ਮੋਨੋਪਲਾਈਜ਼ਡ ਬਿਜ਼ਨਸ। ਮੋਨੋਪਲਾਈਜ਼ਡ ਬਿਜ਼ਨਸ ਕੀ ਹੈ ਕਿ ਜੇ ਤੁਸੀਂ ਇਕੱਲੇ ਹੋ, ਮੋਨੋਪਲੀ ਅਗਰ ਤੁਹਾਡੀ ਮਾਰਕੀਟ ਦੇ ਵਿੱਚ, ਤੁਸੀਂ ਸਿੰਗਲ ਸੈਲਰ ਹੋ, ਤੁਸੀਂ ਇਕੱਲੇ ਹੀ ਉਸ ਪ੍ਰੋਡਕਟ ਨੂੰ ਵੇਚਣ ਵਾਲੇ, ਤਾਂ ਆਟੋਮੈਟਿਕਲੀ ਪਤਾ ਹੀ ਹੈ ਸਾਰੇ ਕਸਟਮਰ ਤੁਹਾਡੇ ਕੋਲੇ ਹੀ ਹੋਣਗੇ, ਤੁਹਾਡੀਆਂ ਸੇਲ ਬਹੁਤ ਜ਼ਿਆਦਾ ਹੋਣਗੀਆਂ ਅਤੇ ਤੁਹਾਨੂੰ ਇਹ ਸ਼ੋਰਟ ਪ੍ਰੋਫਿਟ ਹੈ। ਸ਼ੋਰਟ ਮਤਲਬ 100% ਗਰੰਟੀ ਹੈ ਵੀ ਹਾਂ ਸਾਰੇ ਕਸਟਮਰਸ ਨੇ ਤੁਹਾਡੇ ਕੋਲ ਹੀ ਆਉਣਾ, ਕਿਉਂਕਿ ਤੁਸੀਂ ਇਕੱਲੇ ਵੇਚਣ ਵਾਲੇ ਹੋ ਤਾਂ ਤੁਹਾਡੇ ਪ੍ਰੋਫਿਟ ਆ ਜਿਹੜੇ ਇਹ ਸ਼ੋਰਟ ਹੈ ਵੀ ਹਾਂ ਤੁਹਾਡੇ ਕੋਲ ਹੀ ਆਉਣਾ। ਇਟ ਮੀਨਸ ਉਸ ਕੇਸ ਦੇ ਵਿੱਚ ਸਾਡੀ ਗੁੱਡਵਿਲ ਆ ਜਿਹੜੀ ਜ਼ਿਆਦਾ ਹੋਊਗੀ। ਪਰ ਜੇ ਤੁਹਾਡੀ ਮੋਨੋਪਲੀ ਟੁੱਟ ਰਹੀ ਆ, ਨਵੇਂ ਰਾਈਵਲਸ ਆ ਰਹੇ ਆ, ਨਵੇਂ ਵੇਚਣ ਵਾਲੇ ਆ ਰਹੇ ਆ, ਜਿਹਦੇ ਕਰਕੇ ਤੁਸੀਂ ਕੰਪੀਟੀਸ਼ਨ ਫੇਸ ਕਰ ਰਹੇ ਹੋ, ਤਾਂ ਤੁਹਾਡੇ ਕਸਟਮਰ ਆ ਜਿਹੜੇ ਵੰਡੇ ਜਾਣੇ ਆ, ਅੱਧੇ ਕਸਟਮਰ ਉਧਰ ਨੂੰ ਮੂਵ ਹੋ ਜਾਣਗੇ, ਜਿਹਦੇ ਕਰਕੇ ਤੁਹਾਡੀ ਗੁੱਡਵਿਲ ਦੀ ਵੈਲਿਊ ਹੈ ਜਿਹੜੀ ਲੋ ਹੋਏਗੀ। ਕਲੀਅਰ? ਇਕੱਲੇ ਵੇਚਣ ਵਾਲੇ ਹੋ, ਮੋਨੋਪਲੀ ਆ ਤਾਂ ਗੁੱਡਵਿਲ ਜ਼ਿਆਦਾ, ਅਗਰ ਇੱਕ ਜਾਣਾ ਨਵੇਂ ਆ ਕੇ ਕੋਈ ਤਾਂ ਗੁੱਡਵਿਲ ਘੱਟ। ਨੈਕਸਟ ਸਾਡੇ ਕੋਲ ਆ ਗਿਆ ਟ੍ਰੇਡ ਨੇਮ। ਟ੍ਰੇਡ ਨੇਮ ਮੀਨਸ ਕਿ ਸਾਡਾ ਬਾਜ਼ਾਰ ਦੇ ਵਿੱਚ ਜਿਹੜਾ ਕੋਈ ਨਾਮ ਚੱਲ ਰਿਹਾ, ਜਿਹੜਾ ਸਾਡਾ ਕੋਈ ਬ੍ਰਾਂਡ ਨੇਮ ਚੱਲ ਰਿਹਾ, ਅਗਰ ਤੁਹਾਡੇ ਟ੍ਰੇਡ ਨੇਮ ਦੀ ਪੂਰੀ ਵਰਲਡ ਵਾਈਡ ਰੀਚ ਹੈ, ਪੂਰੇ ਸੰਸਾਰ ਦੇ ਵਿੱਚ ਇਸ ਕੰਪਨੀ ਦਾ ਨਾਮ ਚੱਲਦਾ ਹੈ, ਉਸ ਬਿਜ਼ਨਸ ਦਾ ਨਾਮ ਚੱਲਦਾ ਹੈ, ਪੂਰਾ ਵੈਲ ਨੋਨ ਟ੍ਰੇਡਮਾਰਕ, ਉਹਨਾਂ ਦਾ ਜਿਹੜਾ ਬ੍ਰਾਂਡ ਆ ਉਹਨੂੰ ਹਰ ਕੋਈ ਜਾਣਦਾ ਹੈ, ਉਸ ਕੇਸ ਦੇ ਵਿੱਚ ਸਾਡੀ ਗੁੱਡਵਿਲ ਹੈ ਜਿਹੜੀ ਹਾਈ ਹੋਏਗੀ। ਫੋਰ ਐਗਜ਼ਾਮਪਲ ਆਪਾਂ ਮਿਲਕ ਪ੍ਰੋਡਕਟ ਦੇ ਵਿੱਚ ਨੈਸਲੇ ਪ੍ਰੋਡਕਟ ਲੈ ਲਈਏ, ਪੂਰੇ ਵਰਲਡ ਵਾਈਡ ਰੀਚ ਹੈ। ਫੋਨ ਦੀਆਂ ਕੰਪਨੀ ਦੇ ਵਿੱਚ ਲੈ ਲਈਏ, ਐਪਲ ਨੂੰ ਸਾਰੇ ਵਰਲਡ ਦੇ ਵਿੱਚ ਕੰਪਨੀਆਂ ਜਿਹੜੀ ਚੱਲਦੀ ਹੈ, ਤਾਂ ਇੱਦਾਂ ਦੀ ਜਿਹੜੇ ਟ੍ਰੇਡ ਨੇਮ ਦੀ, ਜਿਹੜੇ ਬ੍ਰਾਂਡ ਨੇਮ ਦੀ ਅਗਰ ਪੂਰੇ ਸੰਸਾਰ 'ਚ ਰੀਚ ਹੈ, ਪੂਰੇ ਸੰਸਾਰ 'ਚ ਪਹੁੰਚ ਹੈ, ਤਾਂ ਗੁੱਡਵਿਲ ਜ਼ਿਆਦਾ ਹੋਏਗੀ। ਅਗਰ ਤੁਹਾਡੇ ਬ੍ਰਾਂਡ ਨੂੰ ਕੋਈ ਮਾਰਕੀਟ 'ਚ ਜਾਣਦਾ ਹੀ ਨਹੀਂ ਤਾਂ ਗੁੱਡਵਿਲ ਹੈ ਜਿਹੜੀ ਘੱਟ ਹੋਏਗੀ। ਕਲੀਅਰ? ਨੈਕਸਟ ਸਾਡੇ ਕੋਲ ਆ ਗਿਆ ਰਿਸਕ, ਕਿ ਤੁਹਾਨੂੰ ਬਿਜ਼ਨਸ ਦੇ ਵਿੱਚ ਰਿਸਕ ਕਿੰਨਾ ਕੁ ਜ਼ਿਆਦਾ ਹੈ। ਜਿੰਨਾ ਆਪਾਂ ਨੂੰ ਬਿਜ਼ਨਸ ਦੇ ਵਿੱਚ ਰਿਸਕ ਹੈ ਕਿ ਕਿਤੇ ਸਾਡੀਆਂ ਸੇਲ ਨਾ ਘੱਟ ਜਾਣ, ਸਾਡੇ ਕਸਟਮਰ ਨਾ ਉੱਧਰ ਚਲੇ ਜਾਣ, ਜਿੰਨਾ ਹਾਈ ਰਿਸਕ ਹੈ ਮਤਲਬ ਤੁਹਾਨੂੰ ਆਪਦੇ ਪ੍ਰੋਫਿਟ ਦੀ ਗਰੰਟੀ ਉਨੀ ਘੱਟ ਹੈ, ਪ੍ਰੋਫਿਟ ਦੀ ਸ਼ੋਰਿਟੀ ਉਨੀ ਘੱਟ ਹੈ। ਜਿੰਨੀ ਪ੍ਰੋਫਿਟ ਦੀ ਸ਼ੋਰਿਟੀ ਘੱਟ ਹੈ ਉਨੀ ਹੀ ਗੁੱਡਵਿਲ ਹੈ ਜਿਹੜੀ ਘੱਟ ਹੋਏਗੀ। ਪਰ ਜੇ ਤੁਹਾਨੂੰ ਰਿਸਕ ਘੱਟ ਹੈ, ਜਿਵੇਂ ਆਪਾਂ ਡੇਲੀ ਯੂਜ਼ ਪ੍ਰੋਡਕਟ ਦੀ ਗੱਲ ਕੀਤੀ ਕਿ ਹਾਂ ਡੇਲੀ ਯੂਜ਼ ਗੁੱਡਸ ਦੇ ਵਿੱਚ ਆਪਾਂ ਨੂੰ ਕੋਈ ਰਿਸਕ ਨਹੀਂ ਹੁੰਦਾ, ਕਿ ਜਿੰਨੀ ਮਰਜ਼ੀ ਲੋਕਾਂ ਦੀ ਇਨਕਮ ਘੱਟ ਹੋਵੇ, ਜਾਂ ਜਿਵੇਂ ਆਪਾਂ ਵੇਖਦੇ ਹਾਂ ਡਿਮੋਨਟਾਈਜੇਸ਼ਨ ਹੋਈ ਸੀ, ਨੋਟਬੰਦੀ ਹੋਈ ਸੀ, ਫਿਰ ਵੀ ਲੋਕੀ ਡੇਲੀ ਯੂਜ਼ ਦੀਆਂ ਚੀਜ਼ਾਂ ਤਾਂ ਖਰੀਦਦੇ ਹੀ ਸੀ। ਤਾਂ ਉਸ ਕੇਸ ਦੇ ਵਿੱਚ ਅਗਰ ਰਿਸਕ ਲੋ ਹੈ, ਮਤਲਬ ਤੁਹਾਡੀਆਂ ਸੇਲਸ 100% ਹੋਣੀਆਂ ਹੀ ਹੋਣੀਆਂ, ਤਾਂ ਤੁਹਾਡੀ ਗੁੱਡਵਿਲ ਹੈ ਜਿਹੜੀ ਜ਼ਿਆਦਾ ਹੋਏਗੀ। ਹਾਈ ਰਿਸਕ ਲੋ ਗੁੱਡਵਿਲ, ਲੋ ਰਿਸਕ ਹਾਈ ਗੁੱਡਵਿਲ। ਨੈਕਸਟ ਤੁਹਾਡੇ ਕੋਲ ਆ ਗਿਆ ਸਕਿੱਲਸ ਇਨ ਮੈਨੇਜਮੈਂਟ। ਹੁਣ ਇਹਦਾ ਆਪਾਂ ਨੂੰ ਨੋਰਮਲ ਸੈਂਸ ਦੇ ਵਿੱਚ ਵੀ ਪਤਾ ਹੈ ਕਿ ਜਿਹੜਾ ਬਿਜ਼ਨਸ ਹੈ ਹਾਈਲੀ ਡਿਪੈਂਡ ਔਨ ਮੈਨੇਜਮੈਂਟ,
ਜਿੰਨੀ ਜ਼ਿਆਦਾ ਵਧੀਆ ਮੈਨੇਜਮੈਂਟ ਹੋਊਗੀ, ਜਿੰਨੀ ਐਫੀਸ਼ੀਐਂਟ ਮੈਨੇਜਮੈਂਟ ਹੋਊਗੀ, ਜਿੰਨੀ ਸਕਿਲਡ ਮੈਨੇਜਮੈਂਟ ਹੋਊਗੀ, ਉਨਾ ਹੀ ਬਿਜ਼ਨਸ ਵਧੀਆ ਚੱਲੂਗਾ, ਉਨੇ ਜ਼ਿਆਦਾ ਪ੍ਰੋਫਿਟ ਹੋਣਗੇ। ਇਟ ਮੀਨਸ ਉਨੀ ਜ਼ਿਆਦਾ ਗੁੱਡਵਿਲ ਹੈ ਜਿਹੜੀ ਹੋਊਗੀ। ਜਿਹੜੀ ਅਗਰ ਤੁਹਾਡੀ ਜਿਹੜੀ ਮੈਨੇਜਮੈਂਟ ਆ ਉਹ ਡਾਇਨਾਮਿਕ ਨੇਚਰ ਦੀ ਆ, ਮਤਲਬ ਅਕੋਰਡਿੰਗ ਟੂ ਸਿਚੁਏਸ਼ਨ ਨਾਲ ਦੀ ਨਾਲ ਚੇਂਜ ਹੋ ਜਾਂਦੇ ਆ, ਮਾਰਕੀਟ 'ਚ ਆ ਕੇ ਦੇਖਦੇ ਆ ਕਿ ਲੋਕਾਂ ਦਾ ਟੇਸਟ ਕਿੱਦਾਂ ਚੇਂਜ ਹੋਇਆ, ਲੋਕ ਕਿਹੜੀ ਨਵੀਂ ਚੀਜ਼ ਖਰੀਦ ਰਹੇ ਆ, ਤਾਂ ਆਪਣੇ ਰਿਸੋਰਸਿਸ ਨੂੰ ਬੈਸਟ ਯੂਜ਼ ਕਰਦੇ ਹੋਏ ਅਗਰ ਉਹ ਨਾਲ ਦੀ ਨਾਲ ਚੇਂਜ ਕਰ ਲੈਂਦੇ ਆ ਆਪਦਾ ਪੈਟਰਨ, ਮੀਨਸ ਕਿ ਉਹਨਾਂ ਦੀਆਂ ਗੁੱਡਵਿਲ ਜਿਹੜੀਆਂ ਸੇਲਸ ਆ ਉਹ ਹਮੇਸ਼ਾ ਹੁੰਦੀਆਂ, ਤਾਂ ਉਸ ਕੇਸ ਦੇ ਵਿੱਚ ਜਿਹੜੀ ਉਹਨਾਂ ਦੀ ਗੁੱਡਵਿਲ ਆ ਉਹ ਹਾਈ ਹੋਏਗੀ। ਕਲੀਅਰ? ਅਗਰ ਮੈਨੇਜਮੈਂਟ ਵਧੀਆ ਹੈ, ਸਕਿਲਡ ਹੈ, ਡਾਇਨਾਮਿਕ ਨੇਚਰ ਦੀ ਆ, ਰਿਸੋਰਸਿਸ ਨੂੰ ਫੁੱਲੀ ਯੂਟੀਲਾਈਜ਼ ਕਰ ਰਹੀ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜੀ ਤੁਹਾਡੀ ਗੁੱਡਵਿਲ ਆ ਉਹ ਹਾਈ ਹੋਏਗੀ। ਨੈਕਸਟ ਤੁਹਾਡੇ ਕੋਲੇ ਆ ਗਿਆ ਗਵਰਨਮੈਂਟ ਪੈਟਰਨੋਜੀ। ਗਵਰਨਮੈਂਟ ਪੈਟਰਨੋਜੀ ਮੀਨਸ ਗਵਰਨਮੈਂਟ ਦੀ ਸਪੋਰਟ। ਅਗਰ ਤੁਸੀਂ ਕੋਈ ਇੱਦਾਂ ਦਾ ਬਿਜ਼ਨਸ ਕਰ ਰਹੇ ਹੋ ਕਿ ਹਾਂ ਗਵਰਨਮੈਂਟ ਤੁਹਾਨੂੰ ਸਪੋਰਟ ਕਰ ਰਹੀ ਹੈ, ਗਵਰਨਮੈਂਟ ਤੁਹਾਡੇ ਫੇਵਰ 'ਚ ਪੋਲਿਸੀਜ਼ ਬਣਾ ਰਹੀ ਹੈ, ਗਵਰਨਮੈਂਟ ਤੁਹਾਨੂੰ ਕੋਈ ਸਬਸਿਡੀ ਪ੍ਰੋਵਾਈਡ ਕਰ ਰਹੀ ਹੈ, ਤਾਂ ਉਸ ਕੇਸ ਦੇ ਵਿੱਚ ਤੁਹਾਡੀ ਗੁੱਡਵਿਲ ਹੈ ਜਿਹੜੀ ਹਾਈ ਹੋਏਗੀ। ਜਿਵੇਂ ਆਪਾਂ ਕੋਈ ਹੁਣ ਮੰਨ ਲਓ ਬਿਜ਼ਨਸ ਖੋਲ੍ਹਣਾ ਹੁੰਦਾ ਹੈ, ਤਾਂ ਗਵਰਨਮੈਂਟ ਬੈਂਕਾਂ ਸਾਨੂੰ ਜਿਹੜੀਆਂ ਹੈਗੀਆਂ ਆਰਾਮ ਨਾਲ ਲੋਨ ਦੇ ਦਿੰਦੀਆਂ, ਕਿਉਂਕਿ ਉਹਨਾਂ ਨੂੰ ਪਤਾ ਇਹਦੇ ਨਾਲ ਤੁਹਾਡੇ ਕੰਟਰੀ ਦੀ ਜਿਹੜੀ ਗਰੋਥ ਹੋਣੀ ਹੈ। ਮੀਨਸ ਨਵੇਂ ਬਿਜ਼ਨਸ ਖੋਲ੍ਹਣ ਦੇ ਗਵਰਨਮੈਂਟ ਵੀ ਫੇਵਰ ਦੇ ਵਿੱਚ ਹੈ, ਠੀਕ ਹੈ, ਤਾਂ ਉਸ ਬਿਜ਼ਨਸ ਦੀ ਜਿਹੜੀ ਗੁੱਡਵਿਲ ਆ ਉਹ ਜ਼ਿਆਦਾ ਹੋਏਗੀ। ਅਗਰ ਆਪਾਂ ਕਹੀਏ ਆਪਾਂ ਕੋਈ ਡਰੱਗਸ ਦੀ ਸਮਗਲਿੰਗ ਕਰਨੀ, ਉਹਦੇ ਗਵਰਨਮੈਂਟ ਫੇਵਰ 'ਚ ਹੈ ਨਹੀਂ, ਉਹਦੇ 'ਤੇ ਬੈਨ ਲੱਗਿਆ ਹੋਇਆ, ਤਾਂ ਉਸ ਕੇਸ ਦੇ ਵਿੱਚ ਤੁਹਾਡੇ ਬਿਜ਼ਨਸ ਦੀ ਗੁੱਡਵਿਲ ਹੈ ਜਿਹੜੀ ਉਹ ਵੀ ਘੱਟ ਹੋਏਗੀ। ਗਵਰਨਮੈਂਟ ਪੈਟਰਨੋਜੀ ਮੀਨਸ ਗਵਰਨਮੈਂਟ ਦੀ ਸਪੋਰਟ ਕਿੰਨੀ ਕੁ ਆ ਤੁਹਾਨੂੰ। ਅਗਰ ਗਵਰਨਮੈਂਟ ਤੁਹਾਡੇ ਬਿਜ਼ਨਸ ਨੂੰ ਸਪੋਰਟ ਕਰਦੀ ਹੈ ਤਾਂ ਲੋਕੀ ਵੀ ਬਿਨਾਂ ਚੀਜ਼ ਤੁਹਾਡੇ ਬਿਜ਼ਨਸ ਦੇ ਨਾਲ ਡੀਲ ਕਰਨਗੇ, ਆਰਾਮ ਦੇ ਨਾਲ ਤੁਹਾਡੇ ਬਿਜ਼ਨਸ ਦੇ ਵਿੱਚੋਂ ਸਮਾਨ ਖਰੀਦਣਗੇ, ਸੇਲਸ ਹੋਣਗੀਆਂ, ਪ੍ਰੋਫਿਟਸ ਹੋਣਗੇ, ਮੀਨਸ ਕਿ ਗੁੱਡਵਿਲ ਹੈ ਜਿਹੜੀ ਜ਼ਿਆਦਾ ਹੋਊਗੀ। ਨੈਕਸਟ ਆ ਗਿਆ ਲੋਕੇਸ਼ਨ ਫੈਕਟਰ। ਹੁਣ ਇਹ ਤਾਂ ਆਪਾਂ ਨੋਰਮਲ ਵੀ ਦੇਖਦੇ ਹੀ ਹੈ ਕਿ ਲੋਕੇਸ਼ਨ ਫੈਕਟਰ ਆ ਜਿਹੜਾ ਉਹ ਬਿਜ਼ਨਸ ਦੀ ਗੁੱਡਵਿਲ ਨੂੰ ਬਹੁਤ ਅਫੈਕਟ ਕਰਦਾ ਹੈ। ਅਗਰ ਬਿਜ਼ਨਸ ਵਧੀਆ ਲੋਕੇਸ਼ਨ 'ਤੇ ਆ, ਅਸੀਂ ਉੱਥੇ ਆਰਾਮ ਨਾਲ ਪਹੁੰਚ ਸਕਦੇ ਹਾਂ, ਜਿਹੜਾ ਉਹ ਸ਼ਹਿਰ ਦੇ ਸੈਂਟਰ ਦੇ ਵਿੱਚ ਆ, ਹਰ ਕੋਈ ਉੱਥੇ ਆਰਾਮ ਨਾਲ ਪਹੁੰਚ ਸਕਦਾ ਹੈ, ਬੱਸ ਵੀ ਉੱਥੇ ਆਉਂਦੀ ਜਾਂਦੀ ਹੈ ਬਿਜ਼ਨਸ ਦੇ ਤੱਕ, ਹਰ ਕਸਟਮਰ ਉੱਥੋਂ ਆਰਾਮ ਨਾਲ ਸਮਾਨ ਲੈ ਸਕਦਾ ਹੈ, ਉਹਦੀ ਲੋਕੇਸ਼ਨ ਵਧੀਆ ਹੈ, ਤਾਂ ਬਿਜ਼ਨਸ ਦੀ ਗੁੱਡਵਿਲ ਜ਼ਿਆਦਾ ਹੋਏਗੀ। ਕਿਉਂਕਿ ਉਹ ਹਰ ਇੱਕ ਦੀ ਐਕਸੈਸ ਦੇ ਵਿੱਚ ਹੈ, ਹਰ ਕੋਈ ਪਰਸਨ ਉੱਥੋਂ ਸਮਾਨ ਲੈਂਦਾ, ਸੇਲਸ ਜ਼ਿਆਦਾ, ਪ੍ਰੋਫਿਟਸ ਜ਼ਿਆਦਾ, ਇਟ ਮੀਨਸ ਗੁੱਡਵਿਲ ਵੀ ਜ਼ਿਆਦਾ ਹੈ। ਸਿਮਿਲਰਲੀ ਅਗਰ ਉੱਥੇ ਰॉ ਮਟੀਰੀਅਲ ਵੀ ਈਜ਼ਲੀ ਪਹੁੰਚ ਸਕਦਾ ਹੈ, ਉੱਥੇ ਮਾਰਕੀਟ ਵੀ ਨੇੜੇ ਆ ਜਿੱਥੇ ਅਸੀਂ ਸਮਾਨ ਵੇਚ ਸਕਦੇ ਹਾਂ। ਅਗਰ ਤੁਹਾਡੀ ਲੋਕੇਸ਼ਨ ਇੱਦਾਂ ਦੀ ਆ ਜਿੱਥੇ ਸਾਨੂੰ ਇਹ ਸਾਰੀਆਂ ਫੀਚਰਸ ਮਿਲ ਰਹੀਆਂ ਕਿ ਹਾਂ ਇੰਨੀ ਕੁ ਵਧੀਆ ਲੋਕੇਸ਼ਨ ਆ ਵੀ ਹਰ ਕਸਟਮਰ ਪਹੁੰਚ ਸਕਦਾ ਹੈ, ਰॉ ਮਟੀਰੀਅਲ ਪਹੁੰਚ ਸਕਦਾ ਹੈ, ਮਾਰਕੀਟ ਨੇੜੇ ਆ, ਤਾਂ ਉਸ ਕੇਸ ਦੇ ਵਿੱਚ ਤੁਹਾਡੀਆਂ ਸੇਲਸ 100% ਹੋਣਗੀਆਂ। ਅਗਰ ਸੇਲਸ 100% ਆ, ਤੁਹਾਡੀ ਗੁੱਡਵਿਲ ਵੀ ਜਿਹੜੀ ਹਾਈ ਹੋਏਗੀ। ਕਲੀਅਰ? ਅਗਰ ਲੋਕੇਸ਼ਨ ਵਧੀਆ, ਅਗਰ ਅਸੀਂ ਬਿਜ਼ਨਸ ਹੀ ਕਿਤੇ ਦੂਰ ਏਰੀਏ 'ਚ ਜਾ ਕੇ ਖੋਲ੍ਹ ਲਿਆ ਜਿੱਥੇ ਹਰ ਕੋਈ ਪਹੁੰਚ ਹੀ ਨਹੀਂ ਸਕਦਾ, ਬਹੁਤ ਦੂਰ ਹੈ, ਸਿਰਫ ਉਹਨ ਵਹੀਕਲ ਵਾਲੇ ਜਾ ਸਕਦੇ, ਉੱਧਰ ਕੋਈ ਬੱਸ ਸਰਵਿਸ ਹੈ ਨਹੀਂ ਜਾਂ ਕੋਈ ਸਰਵਿਸ ਹੈ ਨਹੀਂ ਉੱਥੋਂ ਤੱਕ ਪਹੁੰਚਣ ਦੀ, ਤਾਂ ਉਸ ਕੇਸ ਦੇ ਵਿੱਚ ਉਹਦੀ ਲੋਕੇਸ਼ਨ ਵਧੀਆ ਨਾ ਹੋਣ ਕਰਕੇ ਗੁੱਡਵਿਲ ਹੈ ਜਿਹੜੀ ਉਹ ਘੱਟ ਹੋਏਗੀ। ਨੈਕਸਟ ਆ ਗਿਆ ਐਕਸੈਪਸ਼ਨਲ ਕੰਟਰੈਕਟਸ। ਜਦੋਂ ਆਪਾਂ ਕੰਟਰੈਕਟ ਕਰਦੇ ਹਾਂ ਤਾਂ ਉਸ ਟਾਈਮ ਆਪਣੇ 'ਤੇ ਇੱਕ ਸ਼ਰਤ ਹੁੰਦੀ ਹੈ ਕਿ ਹਾਂ ਇਹ ਕੰਟਰੈਕਟ ਨੂੰ ਦੋਨੇ ਜਿਹੜੀਆਂ ਪਾਰਟੀਜ਼ ਹੈ ਉਹ 100% ਕੰਪਲੀਟ ਕਰਨਗੀਆਂ। ਅਗਰ ਕੋਈ ਕੰਪਲੀਟ ਨਹੀਂ ਕਰਦੀ ਤਾਂ ਉਹਦਾ ਜਿਹੜਾ ਬਣਦਾ ਜੁਰਮਾਨਾ ਉਹ ਭਰੇਗੀ। ਹੁਣ ਅਗਰ ਕੰਪਨੀ ਦਾ ਕੋਈ ਐਕਸੈਪਸ਼ਨਲ ਕੰਟਰੈਕਟਸ ਹੁੰਦੇ ਆ ਕਿ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਆ ਗਈ ਜਿਹਦੇ ਕਰਕੇ ਉਹ ਕੰਟਰੈਕਟ ਜਿਹੜਾ ਕੰਪਲੀਟ ਨਹੀਂ ਹੋ ਸਕਦਾ, ਤਾਂ ਅਗਰ ਕੋਈ ਤੁਹਾਡਾ ਇੱਦਾਂ ਦਾ ਪੈਂਡਿੰਗ ਕੰਟਰੈਕਟ ਹੈ ਜਿਹੜਾ ਇੰਪੋਸੀਬਲ ਹੈ ਕੰਪਲੀਟ ਕਰਨ ਦੇ ਲਈ, ਉਹਦੇ ਲਈ ਅਗਰ ਦਾ ਕੋਈ ਵੈਲਿਡ ਰੀਜ਼ਨ ਹੈ ਕਿ ਹਾਂ ਅਸੀਂ ਇਸ ਕਰਕੇ ਤੁਹਾਡਾ ਕੰਟਰੈਕਟ ਕੰਪਲੀਟ ਨਹੀਂ ਕਰ ਪਾਏ, ਫਿਰ ਤਾਂ ਬਿਜ਼ਨਸ ਦੀ ਗੁੱਡਵਿਲ 'ਤੇ ਕੋਈ ਜ਼ਿਆਦਾ ਇਫੈਕਟ ਨਹੀਂ ਪੈਂਦਾ। ਬਟ ਇਨ ਕੇਸ ਬਿਜ਼ਨਸ ਜਾਣਬੁੱਝ ਕੇ ਹੀ ਕੰਟਰੈਕਟ ਨੂੰ ਕੰਪਲੀਟ ਨਹੀਂ ਕਰ ਰਿਹਾ, ਹਰ ਵਾਰ ਕੰਟਰੈਕਟ ਕਰਕੇ ਜਿਹੜਾ ਹੈਗਾ ਇਹ ਬਾਅਦ ਵਿੱਚ ਉਹਨੂੰ ਕੰਪਲੀਟ ਨਹੀਂ ਕਰਦੇ ਹੈਗੇ, ਅੱਧ ਵਿਚਾਲੇ ਛੱਡਦੇ ਹੈਗੇ, ਅਗਰ ਇੱਦਾਂ ਦੇ ਐਕਸੈਪਸ਼ਨਲ ਕੰਟਰੈਕਟ ਹੈ ਤਾਂ ਉਹਦੇ ਨਾਲ ਬਿਜ਼ਨਸ ਦੀ ਗੁੱਡਵਿਲ ਜਿਹੜੀ ਇਫੈਕਟ ਹੁੰਦੀ ਹੈ। ਨੈਕਸਟ ਤੁਹਾਡੇ ਕੋਲੇ ਆ ਗਿਆ ਫਿਊਚਰ ਕੰਪੀਟੀਸ਼ਨ, ਕਿ ਫਿਊਚਰ 'ਚ ਤੁਹਾਨੂੰ ਕੀ ਲੱਗਦਾ। ਅਗਰ ਤੁਹਾਨੂੰ ਲੱਗਦਾ ਫਿਊਚਰ ਦੇ ਵਿੱਚ ਤੁਹਾਡਾ ਕੰਪੀਟੀਸ਼ਨ ਬਹੁਤ ਜ਼ਿਆਦਾ ਵਧੂਗਾ, ਜਿਹੜਾ ਪਹਿਲਾਂ ਵਧੀਆ ਸੇਲ ਨਹੀਂ ਕਰਦਾ ਸੀ ਤੁਹਾਡਾ ਕੋਈ ਪ੍ਰੀਵੀਅਸ ਓਨਰ, ਉਹਨੇ ਹੁਣ ਕੋਈ ਨਵੀਂ ਟੈਕਨੀਕ ਲਾ ਲਈ ਹੈ, ਜਾਂ ਕੋਈ ਨਵਾਂ ਕੰਪੀਟੀਟਰ ਮਾਰਕੀਟ ਦੇ ਵਿੱਚ ਆ ਗਿਆ, ਉਹਦੇ ਨਾਲ ਤੁਹਾਡੀ ਗੁੱਡਵਿਲ 'ਤੇ ਬਿਲਕੁਲ ਉਲਟਾ ਇਫੈਕਟ ਪਊਗਾ। ਕਿਉਂਕਿ ਅਗਰ ਤੁਸੀਂ ਵੇਚਣ ਵਾਲੇ ਇਕੱਲੇ ਹੋ ਤਾਂ 10 ਦੇ 10 ਕਸਟਮਰ ਤੁਹਾਡੇ ਕੋਲੇ ਆ ਰਹੇ ਆ, ਅਗਰ ਤੁਸੀਂ ਵੇਚਣ ਵਾਲੇ 2 ਹੋ ਗਏ ਤਾਂ ਐਟਲੀਸਟ 2 3 4 ਕਸਟਮਰ ਤਾਂ ਉਹਦੇ ਕੋਲੇ ਜਾਣਗੇ ਹੀ, ਤੁਹਾਡਾ ਕਸਟਮਰ ਟੁੱਟ ਕੇ ਉਹਦੇ ਕੋਲੇ ਜਾਊਗਾ, ਤੁਹਾਡੀਆਂ ਸੇਲਸ ਘਟਣਗੀਆਂ, ਜਦੋਂ ਸੇਲਸ ਘਟ ਕੇ ਪ੍ਰੋਫਿਟ ਘਟਣਗੇ ਤਾਂ ਆਟੋਮੈਟਿਕਲੀ ਗੁੱਡਵਿਲ ਦੀ ਵੈਲਿਊ ਹੈ ਜਿਹੜੀ ਲੋ ਹੋਏਗੀ। ਇਸ ਤੋਂ ਬਿਨਾਂ ਅਗਰ ਨਵੇਂ ਕੰਪੀਟੀਟਰ ਨੇ ਕੋਈ ਨਿਊ ਸਕੀਮ ਦੇਤੀ ਕਸਟਮਰਸ ਨੂੰ, ਕਿਸੇ ਤਰੀਕੇ ਨਾਲ ਕਸਟਮਰ ਨੂੰ ਅਟਰੈਕਟ ਕਰ ਲਿਆ, ਤਾਂ ਉਹਦਾ ਬਹੁਤ ਜ਼ਿਆਦਾ ਬੈਡ ਇਫੈਕਟ ਹੈ ਜਿਹੜਾ ਆਪਣੇ ਬਿਜ਼ਨਸ 'ਤੇ ਪੈ ਸਕਦਾ ਹੈ। ਕਲੀਅਰ? ਤਾਂ ਕੰਪੀਟੀਸ਼ਨ ਫਿਊਚਰ ਦੇ ਵਿੱਚ ਕਿੰਨਾ ਕੁ ਉਸ ਚੀਜ਼ ਨਾਲ ਵੀ ਸਾਡੀ ਜਿਹੜੀ ਗੁੱਡਵਿਲ ਆ ਉਹ ਇਫੈਕਟ ਹੁੰਦੀ ਹੈ।
ਨੈਕਸਟ ਆ ਗਿਆ ਕੈਪੀਟਲ ਇਨਵੈਸਟਡ ਔਰ ਕੈਪੀਟਲ ਰਿਕੁਆਇਰਡ ਕਿ ਕਿਸੇ ਬਿਜ਼ਨਸ ਤੁਸੀਂ ਕਿੰਨਾ ਕੁ ਪੈਸਾ ਇਨਵੈਸਟ ਕੀਤਾ। ਹੁਣ ਇਹ ਤਾਂ ਆਪਾਂ ਨੂੰ ਵੀ ਪਤਾ ਕਿ ਅਗਰ ਇੱਕ ਜਾਣੇ ਨੇ 50 ਲੱਖ ਪੈਸਾ ਇਨਵੈਸਟ ਕੀਤਾ, ਇੱਕ ਨੇ 50,000 ਕੀਤਾ। ਹੁਣ ਜਿਹਨੇ 50,000 ਇਨਵੈਸਟਮੈਂਟ ਕੀਤੀ ਆ, ਜ਼ਿਆਦਾ ਇਨਵੈਸਟਮੈਂਟ ਕੀਤੀ ਆ, ਆਟੋਮੈਟਿਕਲੀ ਉਹਦੀਆਂ ਸੇਲਸ ਵੀ ਜ਼ਿਆਦਾ ਹੋਣਗੀਆਂ, ਉਹਦੇ ਪ੍ਰੋਫਿਟਸ ਵੀ ਜ਼ਿਆਦਾ ਹੋਣਗੇ। ਅਗਰ ਪ੍ਰੋਫਿਟ ਜ਼ਿਆਦਾ ਤਾਂ ਉਹਦੀ ਗੁੱਡਵਿਲ ਵੀ ਜ਼ਿਆਦਾ ਹੋਏਗੀ। ਅਗਰ ਤੁਸੀਂ 50,000 ਇਨਵੈਸਟ ਕੀਤਾ, ਤੁਹਾਡੀਆਂ ਐਵਰੇਜ ਸੇਲ ਵੀ 5-10 ਹਜ਼ਾਰ ਹੋਣਗੀਆਂ, ਪ੍ਰੋਫਿਟਸ ਵੀ ਉਨੇ ਕੁ ਹੋਣਗੇ ਅਤੇ ਗੁੱਡਵਿਲ ਵੀ ਘੱਟ ਹੋਏਗੀ। ਤਾਂ ਇਹ ਨੋਰਮਲ ਹੀ ਹੈ ਕਿ ਅਗਰ ਕੈਪੀਟਲ ਜ਼ਿਆਦਾ ਇਨਵੈਸਟਡ ਹੈ ਤਾਂ ਸੇਲਸ ਹਾਈ ਆ, ਪ੍ਰੋਫਿਟ ਹਾਈ ਆ, ਗੁੱਡਵਿਲ ਵੀ ਹਾਈ ਹੋਏਗੀ। ਅਗਰ ਘੱਟ ਇਨਵੈਸਟਮੈਂਟ ਕੀਤੀ ਗਈ ਹੈ ਤਾਂ ਸੇਲਸ ਵੀ ਘੱਟ ਹੋਣਗੀਆਂ, ਪ੍ਰੋਫਿਟ ਵੀ ਘੱਟ ਹੋਣਗੇ ਅਤੇ ਗੁੱਡਵਿਲ ਵੀ ਘੱਟ ਹੋਏਗੀ। ਕਲੀਅਰ। ਨੈਕਸਟ ਸਾਡੇ ਕੋਲ ਆ ਗਿਆ ਟ੍ਰੈਂਡ ਇਨ ਪ੍ਰੋਫਿਟ ਐਂਡ ਪਾਸਟ ਪਰਫੋਰਮੈਂਸ ਕਿ ਤੁਹਾਡੇ ਪ੍ਰੋਫਿਟਸ ਦੇ ਕੀ ਟ੍ਰੈਂਡ ਜਾ ਰਹੇ ਆ। ਕੀ ਤੁਹਾਡਾ ਬਿਜ਼ਨਸ ਕੰਟੀਨਿਊਸਲੀ ਲਾਸਟ 2 ਈਅਰ 3 ਈਅਰ 5 ਈਅਰਸ ਤੋਂ ਪ੍ਰੋਫਿਟਸ 'ਚ ਹੀ ਜਾ ਰਿਹਾ। ਅਗਰ ਪਾਸਟ ਤੁਹਾਡਾ ਜਿਹੜਾ ਹਾਈ ਪ੍ਰੋਫਿਟਸ ਦਾ ਏ, ਤੁਹਾਡੀ ਪਰਫੋਰਮੈਂਸ ਵਧੀਆ ਜਾ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ, ਤੁਹਾਡੀਆਂ ਸੇਲਸ ਵੀ ਹਾਈ ਆ, ਤੁਹਾਡੀ ਤਾਂ ਗੁੱਡਵਿਲ ਵੀ ਹਾਈ ਹੋਵੇਗੀ। ਅਗਰ ਸਾਡਾ ਪਾਸਟ ਹੀ ਇਹ ਦਿਖਾ ਰਿਹਾ ਹੈਗਾ ਕਿ ਇਹ ਬਿਜ਼ਨਸ ਤਾਂ ਕੰਟੀਨਿਊਸਲੀ 5 ਸਾਲਾਂ ਤੋਂ ਲੋਸ 'ਚ ਹੀ ਜਾ ਰਿਹਾ, ਇਹਨਾਂ ਤੋਂ ਤਾਂ ਆਪਦੇ ਐਕਸਪੈਂਸਿਸ ਨਹੀਂ ਪੂਰੇ ਹੋ ਰਹੇ, ਤਾਂ ਉਸ ਕੇਸ ਦੇ ਵਿੱਚ ਤੁਹਾਡੀ ਗੁੱਡਵਿਲ ਲੋ ਹੋਏਗੀ। ਗੁੱਡਵਿਲ ਦੀ ਵੈਲਿਊ ਹੈ ਜਿਹੜੀ ਤੁਹਾਡੇ ਪਾਸਟ 'ਤੇ ਵੀ ਡਿਪੈਂਡ ਕਰਦੀ ਹੈ ਕਿ ਤੁਹਾਡੀ ਪਾਸਟ ਪਰਫੋਰਮੈਂਸ, ਪਾਸਟ ਕਸਟਮਰ ਨਾਲ ਰਿਲੇਸ਼ਨਸ ਜਿਹੜੇ ਕਿੱਦਾਂ ਦੇ ਸੀ, ਲਾਸਟ ਟਾਈਮ ਤੁਹਾਨੂੰ ਪ੍ਰੋਫਿਟ ਕਿੰਨੇ ਹੋਏ ਆ। ਅਗਰ ਕੋਈ ਲੋਸ ਵੀ ਹੋਇਆ ਤਾਂ ਉਹਦਾ ਕੋਈ ਵੈਲਿਡ ਰੀਜ਼ਨ ਹੈ ਜਾਂ ਬਿਜ਼ਨਸ ਮੈਨੇਜ ਹੀ ਨਹੀਂ ਵਧੀਆ ਹੋਇਆ, ਤਾਂ ਤੁਹਾਡੇ ਲਾਸਟ ਪਾਸਟ ਪਰਫੋਰਮੈਂਸ ਵੀ ਜਿਹੜੀ ਹੈਗੀ ਆ ਤੁਹਾਡੇ ਬਿਜ਼ਨਸ ਦੀ ਗੁੱਡਵਿਲ ਨੂੰ ਇਫੈਕਟ ਕਰਦੀ ਹੈ। ਦੈਨ ਆ ਗਈ ਆ ਮਨੀ ਮਾਰਕੀਟ ਕੰਡੀਸ਼ਨ ਕਿ ਮਨੀ ਮਾਰਕੀਟ ਕੰਡੀਸ਼ਨਸ ਕਿੱਦਾਂ ਦੀਆਂ, ਪੈਸੇ ਦੀ ਕੰਡੀਸ਼ਨ ਕਿੱਦਾਂ ਦੀ ਆ। ਅਗਰ ਸਾਰੀਆਂ ਕੰਡੀਸ਼ਨਸ ਈਜ਼ੀ ਚੱਲ ਰਹੀਆਂ ਏ, ਲੋਕਾਂ ਕੋਲੇ ਪੈਸਾ ਹੈ ਤਾਂ ਬਾਇਰ ਅਵੇਲੇਬਲ ਹੈ, ਇਟ ਮੀਨਸ ਤੁਹਾਡੀਆਂ ਸੇਲਸ ਵੀ ਹੋਣਗੀਆਂ ਅਤੇ ਗੁੱਡਵਿਲ ਵੀ ਹਾਈ ਹੋਏਗੀ। ਪਰ ਜਿੱਦਾਂ ਆਪਾਂ ਦੇਖਦੇ ਹਾਂ ਜਦੋਂ ਨੋਟਬੰਦੀ ਹੋਈ ਸੀ ਉਦੋਂ ਲੋਕਾਂ ਕੋਲ ਪੈਸਾ ਹੀ ਹੈ ਨਹੀਂ ਸੀ। ਜਦੋਂ ਪੈਸਾ ਹੀ ਹੈ ਨਹੀਂ ਸੀ, ਮਨੀ ਮਾਰਕੀਟ ਕੰਡੀਸ਼ਨਸ ਬਹੁਤ ਟਫ ਸੀਗੀਆਂ ਕਿ ਬਹੁਤ ਘੱਟ ਪੈਸਾ ਲੋਕਾਂ ਨੂੰ ਮਿਲਦਾ ਸੀ, ਤਾਂ ਉਸ ਟਾਈਮ 'ਤੇ ਕਿਸੇ ਵੀ ਬਿਜ਼ਨਸ ਦੀ ਸੇਲ ਨਹੀਂ ਹੋ ਰਹੀ ਸੀ, ਤਾਂ ਕਿਸੇ ਦੀ ਵੀ ਜ਼ਿਆਦਾ ਰੈਪੂਟੇਸ਼ਨ ਨਹੀਂ ਸੀ। ਅਗਰ ਹਾਂ ਲੋਕਾਂ ਨੂੰ ਆਰਾਮ ਦੇ ਨਾਲ ਅਗਰ ਪੈਸਾ ਨਹੀਂ ਵੀ, ਆਪਾਂ ਹੁਣ ਦੇ ਟਾਈਮ ਦੇ ਵਿੱਚ ਕਹੀਏ ਅਗਰ ਨਹੀਂ ਵੀ ਕਿਸੇ ਕੋਲ ਪੈਸਾ, ਅਗਰ ਸਾਡੀਆਂ ਮਨੀ ਮਾਰਕੀਟ ਕੰਡੀਸ਼ਨ ਇੰਨੀਆਂ ਕੁ ਵਧੀਆ ਹੈ ਕਿ ਲੋਕਾਂ ਨੂੰ ਲੋਨ ਵਗੈਰਾ ਆਰਾਮ ਨਾਲ ਮਿਲਦੇ ਪਏ ਆ, ਲੋਕ ਜਿਹੜੇ ਹੈਗੇ ਆ ਲੋਨ ਲੈ ਕੇ ਆਪਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ, ਬੈਂਕਾਂ ਵਾਲੇ ਉਹਨਾਂ ਨੂੰ ਕੋਆਪਰੇਟ ਕਰਦੇ ਪਏ ਆ, ਇਟ ਮੀਨ ਸਾਡੇ ਕੋਲੇ ਜ਼ਿਆਦਾ ਬਾਇਰ ਹੋਣਗੇ। ਕਿਉਂਕਿ ਬਾਇਰ ਨੇ ਤਾਂ ਖਰੀਦਣ ਫੇਰ ਹੀ ਆਉਣਾ ਜੇ ਉਹਦੇ ਕੋਲੇ ਪੈਸਾ ਹੋਊਗਾ। ਪੈਸਾ ਉਹਦੇ ਕੋਲੇ ਫੇਰ ਹੋਊਗਾ ਜੇ ਮਨੀ ਮਾਰਕੀਟ ਕੰਡੀਸ਼ਨ ਉਹਦੇ ਫੇਵਰ 'ਚ ਹੋਣਗੀਆਂ। ਤਾਂ ਜਿੱਦਾਂ ਦੀਆਂ ਮਨੀ ਮਾਰਕੀਟ ਕੰਡੀਸ਼ਨ ਅਗਰ ਉਹ ਵਧੀਆ ਏ ਤਾਂ ਸੇਲ ਵੀ ਵਧੀਆ ਹੋਊਗੀ, ਗੁੱਡਵਿਲ ਵੀ ਜ਼ਿਆਦਾ ਹੋਊਗੀ। ਅਗਰ ਮਨੀ ਮਾਰਕੀਟ ਕੰਡੀਸ਼ਨ ਸਟ੍ਰਿਕਟ ਹੈ ਤਾਂ ਸਾਡੇ ਬਾਇਰ ਵੀ ਘੱਟ ਹੋਣਗੇ, ਸੇਲ ਵੀ ਘੱਟ ਹੋਊਗੀ ਅਤੇ ਗੁੱਡਵਿਲ ਵੀ ਘੱਟ ਹੋਏਗੀ। ਨੈਕਸਟ ਆ ਗਿਆ ਸਾਡੇ ਕੋਲੇ ਪਰਸਨਲ ਪੋਪੂਲੈਰਿਟੀ ਕਿ ਹਾਂ ਜਿਹੜਾ ਸਾਡਾ ਓਨਰ ਆ ਉਹ ਕਿੰਨਾ ਪਾਪੂਲਰ ਹੈ। ਕਈ ਵਾਰੀ ਇਹ ਹੁੰਦਾ ਹੈ ਕਿ ਕਿਸੇ ਪਰਸਨ ਦੀ ਮਾਰਕੀਟ ਦੇ ਵਿੱਚ ਆਪਦੀ ਹੀ ਰੈਪੋ ਬਹੁਤ ਜ਼ਿਆਦਾ ਹੁੰਦੀ ਹੈ, ਉਹਦੇ ਆਪਦੇ ਮਾਰਕੀਟ ਜਿਹੜੇ ਰਿਲੇਸ਼ਨਸ ਬਹੁਤ ਵਧੀਆ ਹੁੰਦੇ ਆ, ਜਿਹਦੇ ਕਰਕੇ ਉਹ ਜਦੋਂ ਕੋਈ ਵੀ ਬਿਜ਼ਨਸ ਚਲਾਉਂਦਾ ਤਾਂ ਆਟੋਮੈਟਿਕਲੀ ਉਹ ਅਗਲਾ ਕਹਿ ਦਿੰਦਾ ਕਿ ਉਹ ਪਰਸਨ ਆਪ ਬਹੁਤ ਵਧੀਆ, ਹਾਂ ਉਹਦਾ ਬਿਜ਼ਨਸ ਵੀ ਵਧੀਆ ਹੋਏਗਾ। ਮੀਨਸ ਕਿ ਉਹਦੀ ਗੁੱਡਵਿਲ ਹੈ ਜਿਹੜੀ ਉਹਦੀ ਪਾਪੂਲੈਰਿਟੀ 'ਤੇ ਵੀ ਡਿਪੈਂਡ ਕਰਦੀ ਆ। ਅਗਰ ਕਿਸੇ ਇਹੋ ਜਿਹੇ ਪਰਸਨ ਨੇ ਬਿਜ਼ਨਸ ਸਟਾਰਟ ਕਰ ਲਿਆ ਜਿਹਨੂੰ ਆਪ ਨੂੰ ਹੀ ਨਹੀਂ ਕੋਈ ਜਾਣਦਾ ਹੈਗਾ, ਤਾਂ ਉਸ ਕੇਸ ਦੇ ਵਿੱਚ ਜਦੋਂ ਉਹਦੀ ਆਪਦੀ ਕੋਈ ਪਾਪੂਲੈਰਿਟੀ ਹੈ ਨਹੀਂ ਤਾਂ ਉਸ ਕੇਸ ਦੇ ਵਿੱਚ ਗੁੱਡਵਿਲ ਵੀ ਘੱਟ ਹੋਏਗੀ। ਕਲੀਅਰ। ਲਾਸਟ ਸਾਡੇ ਕੋਲ ਹੈ ਗੁੱਡ ਕੁਆਲਿਟੀ ਐਟ ਜੈਨੂਅਨ ਪ੍ਰਾਈਸ ਕਿ ਹਾਂ ਜੇ ਤੁਹਾਡਾ ਬਿਜ਼ਨਸ ਵਧੀਆ ਕੁਆਲਿਟੀ ਦੇ ਪ੍ਰੋਡਕਟ ਸਹੀ ਪ੍ਰਾਈਸ 'ਤੇ ਲੋਕਾਂ ਨੂੰ ਪ੍ਰੋਵਾਈਡ ਕਰ ਰਿਹਾ ਹੈਗਾ ਤਾਂ ਲੋਕਾਂ ਦੇ ਨਾਲ ਰਿਲੇਸ਼ਨ ਵਧੀਆ ਬਣਨਗੇ, ਕਸਟਮਰ ਤੁਹਾਡੇ ਕੋਲ ਵਾਰ-ਵਾਰ ਆਏਗਾ। ਅਗਰ ਤੁਸੀਂ ਸਹੀ ਕੁਆਲਿਟੀ ਦੇ ਪ੍ਰੋਡਕਟ ਆ ਜਿਹੜੇ ਪ੍ਰੋਵਾਈਡ ਕਰੋਗੇ, ਸਹੀ ਕੁਆਲਿਟੀ ਦੇ ਪ੍ਰੋਡਕਟ ਪ੍ਰਾਈਸ ਕਰੋਗੇ, ਸਹੀ ਪ੍ਰਾਈਸ 'ਤੇ ਪ੍ਰੋਵਾਈਡ ਕਰੋਗੇ, ਤਾਂ ਇੱਦਾਂ ਦੇ ਜੇ ਆਪਾਂ ਕਸਟਮਰ ਨਾਲ ਰਿਲੇਸ਼ਨ ਬਣਾਉਂਦੇ ਹਾਂ ਤਾਂ ਇਹਦੇ ਨਾਲ ਸਾਡੀ ਗੁੱਡਵਿਲ ਹੈ ਜਿਹੜੀ ਜ਼ਿਆਦਾ ਹੁੰਦੀ ਹੈ। ਜੇ ਆਪਾਂ ਕਹੀਏ ਆਪਾਂ ਕੋਈ ਮਿਲਾਵਟ ਕਰਕੇ ਸਮਾਨ ਵੇਚ ਲਓ ਜਾਂ ਘਟੀਆ ਕੁਆਲਿਟੀ ਦਾ ਸਮਾਨ ਵੇਚ ਲਓ, ਇੱਕ ਵਾਰ ਬਿਜ਼ਨਸ ਚੱਲ ਪੈਂਦਾ ਬਟ ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਤੁਹਾਡੇ ਕੋਲ ਨਹੀਂ ਆਉਣਗੇ, ਜਿਹਦੇ ਕਰਕੇ ਸਾਡੇ ਬਿਜ਼ਨਸ ਦੀ ਗੁੱਡਵਿਲ ਹੈ ਜਿਹੜੀ ਘੱਟ ਜਾਂਦੀ ਆ। ਕਲੀਅਰ। ਥੈਂਕ ਯੂ ਸੋ ਮਚ।